ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨਾ ਜਾਣਾ ਰਾਮ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨਾ ਜਾਣਾ ਰਾਮ। ਹਰ ਹਰੇ ਹਰ ਗੁਣ ਨਿਧੇ, ਹਰ ਸੰਤਨ ਕੈ ਵਸ ਆਏ ਰਾਮ। ਸੰਤ ਚਰਨ ਗੁਰ ਸੇਵਾ ਲਾਗੇ, ਤਿਨਹੀ ਪਰਮ ਪਦ ਪਾਏ ਰਾਮ। ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਤਾਰੀ। ਸਫਲ ਜਨਮ ਹੋਆ ਭਉ ਭਾਗਾ, ਹਰ ਭੇਟਿਆ ਏਕ ਮੁਰਾਰੀ। ਜਿਸ ਕਾ ਸਾ ਤਿਨ ਹੀ ਮੇਲ ਲੀਆ, ਜੋਤੀ ਜੋਤ ਸਮਾਇਆ। ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰ ਸੁਖ ਪਾਇਆ। ਗਾਓ ਮੰਗਲੋ ਨਿਤ ਹਰ ਜਨੋ, ਪੁੰਨੀ ਇਛ ਸਬਾਈ ਰਾਮ। ਰੰਗ ਰਤੇ ਅਪੁਨੇ ਸੁਆਮੀ ਸੇਤੀ, ਮਰੈ ਨਾ ਆਵੈ ਜਾਈ ਰਾਮ। ਅਬਿਨਾਸ਼ੀ ਪਾਇਆ ਨਾਮ ਧਿਆਇਆ, ਸਗਲ ਮਨੋਰਥ ਪਾਏ। ਸ਼ਾਂਤ ਸਹਿਜ ਆਨੰਦ ਕਨੇਰੇ, ਗੁਰ ਚਰਣੀ ਮਨ ਲਾਏ। ਪੂਰ ਰਹਿਆ ਕਟ ਕਟ ਅਬਿਨਾਸ਼ੀ, ਥਾਨ ਥਨੰਤਰ ਸਾਈ। ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਣੀ ਮਨ ਲਾਈ। ਪੂਰ ਰਹਿਆ ਕਟ ਕਟ ਅਬਿਨਾਸ਼ੀ, ਥਾਨ ਥਨੰਤਰ ਸਾਈ। ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਣੀ ਮਨ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਦਾ ਅਸੀਂ ਇਹ ਦੀਵਾਨ ਮਾਣ ਰਹੇ ਹਾਂ। ਗੁਰਬਾਣੀ ਕੀਰਤਨ ਅਜੇ ਹੁਣੇ ਆਪ ਸਰੋਤ ਪਾ ਰਹੇ ਸੀ। ਹੁਣ ਸਮਾਂ ਹੈ ਗੁਰ ਸ਼ਬਦ ਵਿਆਖਿਆ ਦਾ। ਲੜੀਵਾਰ ਵਿਆਖਿਆਨ ਵਿੱਚ ਸੂਹੀ ਰਾਗ ਦੀ ਰਚਨਾ ਗੁਰੂ ਅਰਜਨ ਸਾਹਿਬ ਜੀ ਦਾ ਪੰਚਮ ਨਾਨਕ ਜੀ ਦੁਆਰਾ ਉਚਰਿਤ ਕੀਤਾ ਸੰਦੇਸ਼ ਸਾਨੂੰ ਪ੍ਰਾਪਤ ਹੈ। ਛੰਤ ਰੂਪ ਹੈ ਇਸ ਦੇ ਵਿੱਚ। ਲਮੇਰਾ ਸ਼ਬਦ ਜਿਹਦੇ 4 ਬੰਦ ਨੇ, 4 stanzas, and until now we have discussed 2 stanzas
ਨਾਓ ਵੀ ਆਰ ਗੋਇੰਗ ਟੂ ਡਿਸਕਸ ਦ ਥਰਡ ਵਨ। ਤੀਜੇ ਤੋਂ ਅਸੀਂ ਅੱਜ ਅੱਗੇ ਵਿਚਾਰ ਤੋਰਨੀ ਹੈ। ਬਚਨ ਆਪਨੇ ਸਰਵਨ ਕਰ ਲਿਆ ਹੈ। ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕਹਿ ਵਸ ਆਏ ਰਾਮ। ਜਿਸ ਨੂੰ ਜੇ ਲਿਟਰਲੀ ਭਾਸ਼ਾ ਦੇ ਵਿੱਚ, ਲਿਟਰੇਚਰ ਦੀ ਲੈਂਗੁਏਜ ਵਿੱਚ ਕਿਹਾ ਜਾਏ ਤੇ ਬਹੁਤ ਸ਼ਿੰਗਾਰਿਤ, ਅਲੰਕ੍ਰਿਤ ਭਾਸ਼ਾ ਗੁਰੂ ਸਾਹਿਬ ਨੇ ਯੂਜ਼ ਕੀਤੀ ਹੈ। ਮੈਂ ਕਈ ਵਾਰੀ ਇਹ ਵੀ ਬੇਨਤੀ ਕਰਦਾ, ਗੁਰਬਾਣੀ ਨੂੰ ਇੱਕ ਬਹੁਤ ਹਾਇਰ ਲੈਵਲ ਦਾ ਸਪਿਰਿਚੁਅਲ ਲਿਟਰੇਚਰ ਸਮਝ ਕੇ ਵੀ ਪੜ੍ਹੋ। ਇਸ ਲੈਵਲ 'ਤੇ ਵੀ ਇਸ ਨੂੰ, ਇਹਦੇ ਨਾਲ ਜਾਣ ਪਹਿਚਾਣ ਕਾਇਮ ਕਰੋ। ਕਿਉਂਕਿ ਜਿਵੇਂ ਆਪ ਦੇਖਦੇ ਹੋ ਸਾਡੀਆਂ ਫੂਡ ਚੋਇਸਿਸ ਨੇ, ਤੁਸੀਂ ਕਿਸੇ ਲੈਵਲ ਦਾ ਫੂਡ ਦੇਖ ਲਓ, ਜਿਹੜਾ ਰਾ ਮਟੀਰੀਅਲ ਆ ਉਹਦਾ, ਦੈਟ ਇਜ਼ ਆਲਮੋਸਟ ਸੇਮ। ਉਹਦੇ 'ਚ ਮੋਸਟਲੀ ਫੂਡ ਦੇ ਵਿੱਚ ਕੀ ਹੁੰਦਾ ਆ, ਗ੍ਰੇਨ, ਜਿਹਦੇ 'ਚ ਕਹਿ ਲਓ ਕਿ ਫਲਾਵਰ ਹੈ, ਉਹਦਾ ਜੇ ਹੋਰ ਬੇਸ ਚਲੇ ਜਾਓ ਤੇ ਵੀਟ ਹੈ, ਰਾਈਸ, ਚੌਲ ਨੇ, ਪੈਡੀ ਵਿੱਚ ਜਵਾਰੀ। ਇਸ ਤੋਂ ਬਿਨਾਂ ਕੁਝ ਹੋਰ ਜਿਹੜੇ ਨੇ ਥੋੜ੍ਹੇ ਬਹੁਤੇ ਇਨਗਰੀਡੀਅੰਟਸ ਉਹ ਸ਼ਮੂਲੀਅਤ ਪਾਉਂਦੇ ਨੇ, ਕੁਝ ਵੈਜੀਟੇਬਲਸ ਸ਼ਾਮਲ ਹੁੰਦੇ ਨੇ। ਪਰ ਆਪ ਦੇਖੋਗੇ ਰੋਜ਼ ਇੱਕੋ ਤਰ੍ਹਾਂ ਦਾ ਫੂਡ ਕੁੱਕ ਕਰਕੇ ਨਹੀਂ ਖਾਧਾ ਜਾਂਦਾ, ਨਾ ਖਾਧਾ ਜਾਇਆ ਜਾ ਸਕਦਾ ਹੈ। ਕਿਸੇ ਦਿਨ ਜੋ ਹੈਗਾ ਪੀਜ਼ਾ ਖਾਧਾ ਜਾ ਰਿਹਾ ਹੈ, ਕਿਸੇ ਦਿਨ ਪਾਸਤਾ ਖਾਧਾ ਜਾ ਰਿਹਾ ਹੈ, ਕਿਸੇ ਦਿਨ ਲਜ਼ਾਨੀਆ ਖਾਧਾ ਜਾ ਰਿਹਾ ਹੈ, ਕਿਸੇ ਦਿਨ ਸਿੰਪਲ ਨਾਨ ਰੋਟੀ ਖਾਧੀ ਜਾ ਰਹੀ ਹੈ। ਇਸ ਕਿਸਮ ਦੇ ਨਾਲ ਜਿਹੜੀ ਬੇਸ ਲਾਈਨ ਉਹ ਤਾਂ ਸੇਮ ਹੀ ਹੈ, ਪਰ ਆਪਾਂ ਚੇਂਜ ਕਰਦੇ ਹਾਂ। ਇਨ ਬਿਨ ਜਿਹੜੀ ਜ਼ਿੰਦਗੀ ਦੀ ਉਸਾਰੀ ਹੈ, ਮਤਲਬ ਇਫ ਵੀ ਹੈਵ ਟੋਟਲੀ ਐਕਚੁਅਲੀ ਸੇਮ ਕਾਈਂਡ ਆਫ ਇੱਕੋ ਜਿਹੀ ਮਿਸਾਲ ਐਗਜ਼ਾਮਪਲ ਲੈ ਲਈਏ, ਭੋਜਨ ਵਾਸਤੇ ਵੈਰਾਇਟੀ ਹੈ, ਭਜਨ ਵਾਸਤੇ ਵੀ ਵੈਰਾਇਟੀ ਹੈ। ਭਜਨ ਕਰਨ ਦੇ ਵੀ ਕਈ ਢੰਗ ਨੇ, ਕਈ ਤਰੀਕੇ ਨੇ। ਇੱਕ ਸਿੰਪਲ ਮੈਡੀਟੇਸ਼ਨ ਹੈ, ਯੂਨੀਵਰਸਲ ਮੈਡੀਟੇਸ਼ਨ, ਸਾਡੇ ਘਰ ਦੇ 'ਚ ਤੇ ਕਮਾਲ ਹੀ ਹੈ। ਮਤਲਬ ਕੀਰਤਨ ਦੀ ਧਾਰਾ ਹੀ ਦੇਖੋ ਕਿੱਡੀ ਮਿਊਜ਼ੀਕਲ ਸਾਰੀ ਦੀ ਸਾਰੀ ਸਾਡੀ ਬੰਦਗੀ ਬਣਾਈ ਹੈ ਗੁਰੂ ਸਾਹਿਬ ਨੇ। ਫਿਰ ਇਹੋ ਜਿਹੀ ਰਚਨਾ ਰਚੀ ਹੈ, ਜੇ ਤੁਸੀਂ ਪੰਜਾਬੀ ਪਰਿਵਾਰਾਂ 'ਚ ਪੈਦਾ ਹੋਏ ਹੋ, ਸਿੱਖ ਪਰਿਵਾਰਾਂ 'ਚ ਪੈਦਾ ਹੋਏ ਹੋ, ਗੁਰਮੁਖੀ ਅੱਖਰਾਂ ਨਾਲ ਜਾਣ ਪਹਿਚਾਣ ਹੈ, ਜੇ ਨਹੀਂ ਹੈ ਬਣਾ ਲਵੋ ਐਂਡ ਦੈਨ ਟਰਾਈ ਟੂ ਐਕਚੁਅਲੀ ਰੀਡ ਦਿਸ ਬਾਣੀ। ਉਸ ਸਾਈਡ ਤੋਂ ਜਿਹੜੀ ਮੈਂ ਬਾਤ ਕਰ ਰਿਹਾ, ਇਹਦੇ ਕਈ ਰੂਪ ਨੇ। ਮੈਂ ਤਾਂ ਕਈ ਵਾਰੀ ਇੱਕ ਵਾਰੀ ਪੂਰਾ ਅਸੀਂ ਇੱਕ ਬੱਚਿਆਂ ਨਾਲ ਪ੍ਰੋਗਰਾਮ ਕੀਤਾ ਸੀਗਾ ਟੂ ਡਿਸਕਸ ਗੁਰੂ ਗ੍ਰੰਥ ਸਾਹਿਬ ਪ੍ਰੈਜੈਂਟੇਸ਼ਨ ਕੰਟੈਂਟ, not the teachings, not the actually any messages, just how Guru Sahib presenting the whole school of thought in Gurmukhi letters and the different actually varieties. They were amazed. ਜਦੋਂ ਉਹਨਾਂ ਨੇ ਦੇਖਿਆ ਕਮਾਲ ਹੋ ਗਈ, ਕਿਸ ਤਰੀਕੇ ਦੇ ਨਾਲ ਕੈਸੀਆਂ ਪ੍ਰੈਜੈਂਟੇਸ਼ਨਸ ਨੇ। ਸੋ ਇਹਦੇ 'ਚ ਜਿਹੜੀ ਮੈਂ ਮੌਲਿਕ ਬਾਤ ਕਰ ਰਿਹਾ ਸੀਗਾ ਕਿ ਇੱਕ ਬੜੇ ਅਲੰਕ੍ਰਿਤ ਰੂਪ ਦੇ ਵਿੱਚ ਸ਼ਬਦਾਂ, ਲਫ਼ਜ਼ਾਂ, ਹਰਫਾਂ, ਅੱਖਰਾਂ ਨੂੰ ਐਵੇਂ ਪਰੋਇਆ ਆ ਜਿਵੇਂ ਮਤਲਬ ਕੋਈ ਚੀਜ਼ ਕਿਤੇ ਬਹੁਤ ਉਮਦਾ ਬਗੀਚੇ 'ਚ ਜਿਵੇਂ ਫੁੱਲ ਵੀ ਨਹੀਂ ਲਗਾਏ ਹੁੰਦੇ, ਮਤਲਬ ਐਸੀ ਬਾਗਵਾਨੀ, ਐਸੇ ਅਸਮਾਨ ਦੇ ਜਿਵੇਂ ਸਿਤਾਰੇ ਵੀ ਸੱਜੇ ਨਹੀਂ ਹੁੰਦੇ, ਇਸ ਕਿਸਮ ਨਾਲ ਸਜਾਈਆਂ ਨੇ ਚੀਜ਼ਾਂ। ਖੈਰ, ਬਚਨ ਹੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕਹਿ ਵਸ ਆਏ ਰਾਮ। ਹਰ ਹਰੇ ਹਰ ਗੁਣ ਨਿਧੇ, ਹਰੀ ਰੱਬ ਨੂੰ ਕਿਹਾ ਗਿਆ, ਅਕਾਲ ਪੁਰਖ ਵਾਹਿਗੁਰੂ ਨੂੰ। ਜਦੋਂ ਅਸੀਂ ਹਰੀ ਕਹਿ ਰਹੇ ਹਾਂ, ਰੱਬ ਕਹਿ ਰਹੇ ਹਾਂ, ਹੁਣ ਇਹਦੇ 'ਚ ਇਹ ਹੈ ਕਿ ਰੱਬ ਬਾਰੇ ਤੁਹਾਨੂੰ ਕਿਸੇ ਨੇ ਕਿਸ ਤਰੀਕੇ ਨਾਲ ਸਮਝਾਇਆ ਹੈ, ਤੁਸੀਂ ਕਿਵੇਂ ਦੀ ਸਮਝ ਰੱਖਦੇ ਹੋ। ਰੱਬ ਦਾ ਅਹਿਸਾਸ ਬੰਦੇ ਦੀ ਸੁਰਤ ਦੇ ਜਿਹੋ ਜਿਹਾ ਐਕਸਪੋਜ਼ਰ ਉਹਨੂੰ ਮਿਲਿਆ ਆ ਪਰਿਵਾਰ ਵਿੱਚੋਂ, ਸਮਾਜ ਵਿੱਚੋਂ, ਉਸੇ ਕਿਸਮ ਦਾ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਦੇ 'ਚ ਇਹ ਵੀ ਵੈਰਾਇਟੀ ਹੈ। ਮਤਲਬ ਕਿ ਐਜ਼ ਏ ਐਂਥਰੋਪੋਲੋਜਿਸਟ ਦੀ ਸਾਈਡ ਤੋਂ ਤੁਸੀਂ ਦੇਖੋਗੇ ਨਾ, ਗੁਰੂ ਬਾਬਾ ਜੀ ਬਿਆਨ ਕਰਦੇ, ਜਪਜੀ ਸਾਹਿਬ ਵੀ ਪੜ੍ਹੋ, ਐਸਾ ਸਕੂਲ ਆਫ ਥਾਟ ਰਿਹਾ, ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਟ੍ਰਿਨਿਟੀ ਦੇ ਰੂਲ ਨੂੰ ਫੋਲੋ ਕੀਤਾ ਭਾਰਤੀ ਖਿੱਤੇ, ਸਨਾਤਨੀ ਧਾਰਾ ਵਿੱਚ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਮਤਲਬ ਇੱਕ ਮਹਾਸ਼ਕਤੀ ਮਾਈ ਪੈਦਾ ਹੋਈ, ਉਹਦੀਆਂ 3 ਔਲਾਦਾਂ ਪੈਦਾ ਹੋ ਗਈਆਂ। ਉਹਨਾਂ ਦੇ ਵਿੱਚ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ।
एक जिसने क्रिएटर बन गया, दूसरा जिहड़ा केयर टेकर के रूप में आ गया, तीसरा जिहड़ा डिस्ट्रॉयर के रूप में आ गया, संहार करने वाला। सब कहिंदे ये स्कूल ऑफ थॉट लोगों ने अडॉप्ट किया दैवी शक्ति के रूप दे। महाराज कहिंदे हकीकत यह है ਜਿਹੜੇ लोग ये कल्पना, ये सोच, ये विचार, ये ख्याल अपने अंदर पैदा करते कि उन्होंने जे सही तरीके नाल बात की जाए, एक संसारी, एक भंडारी, एक लाए दी बान, वह विख है उन्हें नज़र ना आवे। जिहड़ा असल साजन सिरजन वाला सब करने वाली शक्ति है वो तो वेख रही है। जिहड़े लोग एवें कल्प रहे ने, इस किस्म की एंटीसिपेशन करते, इस किस्म का कियाफता लाउंदे, इस किस्म की सोच बनाउंदे, परसैप्शन बनाउंदे, उन्हां वास्ते रब उस शक्ल विच, उस रूप दे विच है। वह वेख्या उन्हें नज़र ना आवे। बहुता यह विडान, यह भी एक विडान है, यह भी एक कौतक है। इसलिए जिहड़ा सही रूप दे स्पिरिचुअलिटी का बेस कहा जाए वह है एजुकेशन, सिक्ख्या, सोझी। इसलिए सिख नूं कहा गया सिक्खत हो, हर खेतर च हो, रूहानी तौर पर तो जरूर हो, अध्यात्मी तल पर तो जरूर हो। जे नहीं होएगा, जे सिक्ख्यत नहीं होएगा, मतलब ज्ञान की प्रचंड क्षमा तेरे अंदर नहीं बलेगी, फिर तेरे जिहड़े बिलीव्स ने, तेरा जिहड़ा फेथ आ, ये सुपरस्टिशियस होएगा। तो ये नो डाउट लोग फॉलो करते हैं, अज भी फॉलो करते हैं सुपरस्टिशियस बिलीफ सिस्टम के पे हुए लोग, पर उहदे च कोई सिट्टा, कोई रिजल्ट, कोई एक्चुअल, कोई एक्यूरेट चीज़ नहीं निकलती सामने। हाँ, बंदा कई बार बड़ा हाई फील करता है जो कोई माने आई चीज़ हो जाती, सोचता है मेरी वर्शिप नूं फल लग गया, मेरी पूजा नूं फल लग गया, इस किस्म के नाल। जे नहीं होंदा फिर अपने आप नूं घिरना भी करता है, गिल्ट भी फील करता है, किते सोचता है शायद कोई हो सकता है देवते का ही प्रकोप हो गया या कुछ उस किस्म की बात आती है। सो एक ऐसी हालत जिहदे विचों बंदे नूं किसी किस्म के नाल ना शांति मिलती, ना सही राह दिसदा। गुरु बाबा जी ने क्या पहला समझ उस करतार नूं जिसनूं गुरु नानक साहब ने सही तौर समझाया, एक ओंकार, अविथ एक रस लगातारता नाल व्यापन वाली शक्ति हर है। उस हर नूं इत्थे शब्द आ रहा है, हर हरे हर गुण निधे। गुण निधे, निध कहंदे ट्रैजर नूं, खजाने नूं, मतलब जिहड़ा गुणां दा खजाना आ। आप मूल मंत्र ही पढ़ते, बेसिक ते आ जाइए बिल्कुल। जिसकी शुरुआत हुई सतनाम करता पुरख, अगे बात आई निरभव निरवैर अकाल मूरत अजूनी। गुण ने सारे, गुणा दे सदका ही ਉਹਦੇ ਨਾਲ ਸਾਂਝ ਬਣਦੀ, ਗੁਣਾਂ ਦੇ ਵਿੱਚ ਹੀ ਉਹਦੀ ਹੋਂਦ ਹੈ ਸਾਰੀ। ਜੋ ਬੰਦਾ ਇਹ ਬਿਆਨ ਕਰਦਾ ਹੈ ਆਈ ਐਮ ਡਿਵੋਟੀ ਟੂ ਵਾਹਿਗੁਰੂ ਜੀ, ਭਈ ਉਸ ਡਿਵੋਸ਼ਨ ਨੂੰ ਮੈਜਰ ਕਰਨ ਵਾਸਤੇ ਕਿਹੜਾ ਕਿਸੇ ਕੋਲ ਕੋਈ ਇਹੋ ਜਿਹਾ ਕੋਈ ਇੰਸਟਰੂਮੈਂਟ ਜਾਂ ਇਹੋ ਜਿਹਾ ਕੋਈ ਤਰੀਕਾਕਾਰਤਾ ਹੈ? ਹਾਂ, ਇੱਕੋ ਚੀਜ਼ ਹੈ ਵੀ ਤੇਰੇ ਡਿਵੋਸ਼ਨ ਦਾ ਉਹ ਰੂਪ ਜਿਹੜਾ ਆ तेरे करैक्टर विचों किवें रिफ्लैक्ट करता है। गुण किन्ने ने तेरे कोल? जे तेरे जीवन दे विच निरभैता है, निर्वैर है, तेरे जीवन दे विच सिरजना है, करतारी रंग दी क्रिएटिव बिरती है, चढ़दी कला आ, सच बोलण दा मादा आ, अपनियां गलतियां एक्सैप्ट करन दा मादा आ, किसी दी मदद करन दा, कंपैशनेट होण दी बात है। भाई हाँ, वाकया जी है, तू रब दे नेड़े है, तू स्पिरिचुअल है, तू कह सकता है, यू कैन क्लेम आई एम डिवोटी ऑफ वाहिगुरु जी। अदरवाइज फिर भाई भुलेखा आया, क्योंकि वो गुण निधे आ। इत्थे साहब ने क्या हर हरे हर गुण निधे, फिर क्या हर संतन कह वस आए राम। संतन कह वस, रब संतां दे वस हो गया। संत जनां ने रब नूं अपने वस विच कर लिया। जिहड़ी बिल्कुल लफ्जी जिहड़ी इहदी तर्जुमानी है, जिसनूं ने कह लो कि वर्ड जिहड़ी वर्ड टू वर्ड ट्रांसलेशन है, दैट इज गोना एक्चुअली गिव अस दिस काइंड ऑफ मैसेज। पर क्योंकि ये पोइटिक वे नाल लिखिया होया हायर लैवल का संदेश है, जिसनूं आपां अपने तौर पर उस लैवल पर देखते हाँ, तो ये मायने ये ने कि जिहड़ा रब दा या रब्बी गुणां दा कॉन्सैप्ट आ,
ਇਹ ਬੰਦੇ ਦੇ ਅੰਦਰ ਹਰ ਇੱਕ ਦੇ ਵਿੱਚ ਮੌਜੂਦ ਹੈ। ਹਰ ਇੱਕ ਦੀ ਕੌਨਸ਼ੀਅਸ ਕੰਮ ਕਰਦੀ ਹੈ, ਹਰ ਇੱਕ ਦੀ ਚੇਤਨਾ ਕੰਮ ਕਰਦੀ ਹੈ। ਉਸ ਦੇ ਵਿੱਚ ਕਿਤੇ ਨਾ ਕਿਤੇ ਗੁਣ ਗ੍ਰਹਿਣ ਕਰਨ ਦੀ, ਗੁਣਾਂ ਦੀ ਐਕਸਰਸਾਈਜ਼ ਕਰਨ ਦੀ, ਉਹਨਾਂ ਨੂੰ ਡੈਮੋਸਟ੍ਰੇਟ ਕਰਨ ਦੀ ਇਹ ਇੱਛਾ ਵੀ ਪੈਦਾ ਹੁੰਦੀ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਬੰਦੇ 'ਚ ਗੁਣ ਆਇਆ, ਗੁਣ ਦੀ ਇੱਛਾ ਆਈ, ਅਤੇ ਥੋੜ੍ਹੀ ਦੇਰ ਬਾਅਦ ਉਹ ਇੱਛਾ ਆਪਣੇ ਆਪ ਹੀ ਜਾਂ ਤਾਂ ਡਿਮ ਹੋ ਗਈ, ਜਾਂ ਐਲੀਮੀਨੇਟ ਹੋ ਗਈ, ਜਾਂ ਕਿਸੇ ਹੋਰ ਇੱਛਾ ਦੇ ਨਾਲ ਰਿਪਲੇਸ ਹੋ ਗਈ। ਹੁਣ ਚੀਜ਼ ਆਈ ਤੁਹਾਡੇ ਕੋਲ, ਜਿਵੇਂ ਇਸ ਤਰ੍ਹਾਂ ਕਹਿ ਲਵੋ, ਅਮਰੀਕਾ 'ਚ ਇੱਕ ਬੜੀ ਲੰਮੀ ਚੌੜੀ ਸਟੱਡੀ ਹੈ, ਆਪ ਯੰਗ ਬੱਚੇ ਹੋ ਮੋਸਟਲੀ, ਜਾਂ ਅਦਰਵਾਈਜ਼ ਸਾਡੇ ਘਰਾਂ ਤੋਂ ਜਿਹੜੀ ਸੰਗਤ ਸੁਣ ਰਹੀ ਹੈ। ਸਾਡੇ ਇਸ ਅਮਰੀਕਨ ਕਲਚਰ ਦੇ ਵਿੱਚ ਇੱਕ ਨਾਰਥ ਅਮਰੀਕਨ ਡਰੀਮ ਹੈ। ਪੀਪਲ ਆਲਵੇਜ਼ ਸੇ ਦਿਸ ਇਜ਼ ਦ ਲੈਂਡ ਆਫ ਅਪੋਰਚੁਨਿਟੀ, ਵੀ ਆਰ ਹੇਅਰ ਟੂ ਬੀ ਰਿਚ, to be actually to live our life happily, to have everything, whatever we want in our life, whatever we dream. ਇਸ ਕਿਸਮ ਦੀ ਲੈਂਡ ਕਹੀਏ। ਇਸ ਨੂੰ ਫੁੱਲਫਿਲ ਕਰਨ ਵਾਸਤੇ ਰਿਸੋਰਸਿਸ ਨੇ, ਕੈਪੀਟਲ ਸੋਸਾਇਟੀ ਹੈ, ਪਰ ਇਹਦੇ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਨੇ ਜਿਹੜੀਆਂ ਬੜੀਆਂ ਅਪੀਲ ਕਰਦੀਆਂ ਨੇ, ਜਿਨ੍ਹਾਂ ਨੂੰ ਲੋਕ ਬਹੁਤ ਜਲਦੀ ਬਾਏ ਕਰਦੇ ਨੇ। ਜਿਵੇਂ ਗੈਂਬਲਿੰਗ ਕਰਨੀ, ਲਾਟਰੀ ਬਾਜੀ ਕਰਨੀ, ਲਾਟਰੀ ਬਾਏ ਕਰਨੀ। ਦੁਨੀਆ ਦੀ ਸਭ ਤੋਂ ਵੱਧ ਲਾਟਰੀ ਵਿਕਦੀ ਹੈ ਇੱਥੇ, ਕਿਉਂਕਿ ਲੋਕ ਸੋਚਦੇ ਨੇ ਬਸ ਹੁਣ ਇੱਥੇ ਆ ਗਏ ਆਪਾਂ ਲਾਟਰੀ ਖਰੀਦ ਲੈਂਦੇ ਹਾਂ। ਇਸ ਤਰੀਕੇ ਦੇ ਨਾਲ ਗੱਲ ਹੁੰਦੀ, ਅਤੇ ਸੋਚਿਆ ਜਾਂਦਾ ਕਿ ਲਾਟਰੀ ਖਰੀਦ ਕੇ ਅਮੀਰ ਹੋ ਜਾਵਾਂਗੇ, ਅਤੇ ਅਕਸਰ ਨਿਕਲਦੀਆਂ ਵੀ ਇੱਥੇ, ਮਤਲਬ 649, ਲੋਟੋ, ਮੈਕਸ ਵਗੈਰਾ, ਕਿਵੇਂ ਦੇ ਤੁਸੀਂ ਕਿੰਨੇ ਕਿੱਥੇ ਨਾਮ ਪੜ੍ਹਦੇ ਹੋ। ਹਰ ਗੈਸ ਸਟੇਸ਼ਨ, ਕਨਵੀਨੀਅੰਟ ਹਾਊਸ, ਸਾਰੇ ਮੋਸਟਲੀ ਇਹਦੇ ਸਿਰ 'ਤੇ ਚੱਲਦੇ ਸਾਰੇ ਦੇ ਸਾਰੇ ਇਸ ਰੂਪ ਦੇ ਵਿੱਚ। ਅਮਰੀਕਾ 'ਚ ਸਟੱਡੀ ਆਈ, ਜਿਹੜੇ ਲੋਕਾਂ ਨੇ ਲਾਟਰੀਜ਼ ਵਿਨ ਕੀਤੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ, ਉਹਨਾਂ ਦਾ 10 ਸਾਲਾਂ ਦੇ ਵਿੱਚ ਜਿਹੜਾ ਹਾਲਤ ਕੀ ਹੈ, ਆਪ ਹੈਰਾਨ ਹੋਵੋਗੇ। ਮੈਜੋਰਟੀ, ਨਾਟ ਆਲ, ਬਟ ਮੈਜੋਰਟੀ ਆਫ ਪੀਪਲ, ਜਿੱਥੋਂ ਉਹਨਾਂ ਨੇ ਲਾਟਰੀ ਵਿਨ ਕਰਨ ਤੋਂ ਬਾਅਦ ਜ਼ਿੰਦਗੀ ਤਬਦੀਲ ਹੋਈ, ਅਤੇ ਜਿਸ ਜਗ੍ਹਾ 'ਤੇ ਉਹ ਪਹਿਲਾਂ ਸੀਗੇ ਖੜੇ ਹੋਏ, 10 ਸਾਲਾਂ ਦੇ ਵਿੱਚ ਜ਼ਿੰਦਗੀ ਦਾ ਗ੍ਰਾਫ ਫਾਈਨੈਂਸ਼ੀਅਲੀ ਉੱਥੇ ਚਲਾ ਗਿਆ ਵਾਪਸ। ਰੀਜ਼ਨ ਕੀ ਹੋਇਆ? ਕਿਉਂਕਿ ਜਿਹੜਾ ਸਰਮਾਇਆ ਆ, ਇਹ ਵਸ ਵਿੱਚ ਰੱਖਣਾ, ਇਸ ਨੂੰ ਆਪਣੇ ਕੋਲ ਕਾਬੂ ਕਰਕੇ ਰੱਖਣਾ, ਜੇ ਇਹਦੀ ਐਬਿਲਿਟੀ ਤੁਹਾਡੇ ਕੋਲ ਨਹੀਂ ਹੈਗੀ, ਇਟਸ ਨਾਟ ਗੋਨਾ ਐਕਚੁਅਲੀ stay with you. It's not gonna, you won't be able to keep it like that. ਵਸ ਕਰਨਾ ਉਹਨੂੰ ਆਉਣਾ ਚਾਹੀਦਾ ਆ, ਜਿਹਦੇ ਕੋਲ ਉਹ ਐਬਿਲਿਟੀ ਆ ਗਈ। ਲੋਕੀ ਇੱਥੇ ਆ ਜਾਂਦੇ ਨੇ ਜਿਨ੍ਹਾਂ ਦੇ ਕੋਲ ਐਬਿਲਿਟੀ ਹੈ, ਐਂਟਰਪ੍ਰੈਨਰ ਬਣ ਜਾਂਦੇ ਨੇ ਬੜੀ ਜਲਦੀ, ਬਿਜ਼ਨਸ, ਕਾਰੋਬਾਰ, ਕਿਉਂਕਿ ਹਾਲਾਤ ਇਹੋ ਜਿਹੇ ਨੇ ਨਾ। ਵੱਡੇ ਵੱਡੇ ਬੈਂਕ ਅਦਾਰੇ ਨੇ, ਵੱਡੀਆਂ ਵੱਡੀਆਂ ਸੰਸਥਾਵਾਂ ਨੇ, ਦੇ ਆਰ ਰੈਡੀ ਟੂ ਲੈਂਡ ਯੂ ਐਨੀ ਮਨੀ, ਦੇ ਆਰ ਰੈਡੀ ਟੂ ਐਕਚੁਅਲੀ ਗਿਵ ਯੂ ਐਨੀ ਅਪੋਰਚੁਨਿਟੀ। ਬਕਾਇਦਾ ਤੌਰ 'ਤੇ ਇੱਥੇ ਤੇ ਜਿਹੜਾ ਸਟਾਰਟਅਪ ਕਰਨ ਵਾਸਤੇ, ਹੋਰ ਚੀਜ਼ਾਂ ਕਰਨ ਵਾਸਤੇ ਉਹ ਬੰਦੇ ਹੰਟ ਕਰ ਰਹੇ। ਉਹ ਕਹਿੰਦੇ ਆਓ ਸਾਡੇ ਕੋਲ, ਇਸ ਤਰੀਕੇ ਨਾਲ ਤੁਹਾਡੇ ਕੋਲ ਐਬਿਲਿਟੀ ਹੈ, ਤੁਸੀਂ ਚਲੋ। ਮੌਲਿਕ ਗੱਲ ਕੀ ਹੈ? ਉਸ ਚੀਜ਼ ਨੂੰ ਸਸਟੇਨ ਕਰਨ ਵਾਸਤੇ, ਜਿਹੜੀ ਚੀਜ਼ ਤੁਹਾਨੂੰ ਮਿਲੇ, ਉਸ ਚੀਜ਼ ਨੂੰ ਲਗਾਤਾਰ ਆਪਣੇ ਨਾਲ ਕੈਰੀ ਕਰਨ ਵਾਸਤੇ ਤੁਹਾਡੇ ਕੋਲ ਐਬਿਲਿਟੀ ਹੈ। ਅਤੇ ਇਹ ਐਬਿਲਿਟੀ ਐਸਾ ਨਹੀਂ ਹੈਗਾ ਇੱਕਦਮ ਆ ਗਈ ਅਤੇ ਜਸਟ ਉਸ ਤੋਂ ਬਾਅਦ, ਨੋ, ਉਹਦੇ 'ਤੇ ਵੀ ਕੰਮ ਕਰਨਾ ਪਏਗਾ, ਉਹਨੂੰ ਵੀ ਪੋਲਿਸ਼ ਕਰਨਾ ਪਏਗਾ। ਐਗਜ਼ੈਕਟਲੀ ਇਹੋ ਚੀਜ਼ ਤੁਸੀਂ ਸਪਿਰਿਚੁਅਲ ਸਾਈਡ 'ਤੇ ਆ ਜਾਓ। ਬੰਦੇ ਦੇ ਵਿੱਚ ਕਈ ਵਾਰ ਹੁੰਦਾ ਇੱਕ ਗੁਣ ਆ, ਉਹ ਕੰਪੈਸ਼ਨੇਟ ਆ, ਉਹਦੇ 'ਚ ਗੁਣ ਆ, ਓਨੈਸਟ ਆ, ਉਹਦੇ 'ਚ ਗੁਣ ਆ, ਉਹ ਹਾਰਡ ਵਰਕਰ ਆ। ਇਹ ਵੀ ਇੱਕ ਸਪਿਰਿਚੁਅਲ ਗੁਣ ਹੈ ਐਕਚੁਅਲ ਲੈਵਲ 'ਤੇ ਬੰਦੇ ਦੇ ਵਿੱਚ। ਚੀਟ ਨਹੀਂ ਕਰਦਾ, ਉਹ ਕਿਸੇ ਕਿਸਮ ਦੀ ਪਲੇਜਰਿਜ਼ਮ ਵਿੱਚ ਵਿਸ਼ਵਾਸ ਨਹੀਂ ਕਰਦਾ, ਕਿਸੇ ਨੂੰ ਮਿਸਯੂਜ਼ ਕਰਨਾ ਜਾਂ ਕਿਸੇ ਦਾ ਫਾਇਦਾ ਚੱਕਣ ਦੀ ਬਾਤ ਨਹੀਂ ਕਰਦਾ। ਦੈਟ ਇਜ਼, ਉਹਨੂੰ ਰੱਬ ਦੀ ਹੋਣ ਦਾ ਅਹਿਸਾਸ ਨਹੀਂ ਲੱਗਦਾ, ਨਹੀਂ ਗਲਤ ਕੰਮ ਗਲਤ ਹੈ। ਸੋ ਇਹ ਸਾਰੇ ਗੁਣ ਨੇ ਇਸ ਰੂਪ ਦੇ ਵਿੱਚ। ਪਰ ਇੱਕ ਆਈਡੀਆ ਆਇਆ, ਬੰਦੇ ਨੂੰ ਚੰਗਾ ਲੱਗਾ, ਇਹ ਆਈਡੀਆ ਵਧੀਆ ਆਇਆ, ਪਰ ਹੋਇਆ ਕਿ ਉਹ ਆਈਡੀਆ ਲੰਬਾ ਸਮਾਂ ਸਸਟੇਨ ਨਹੀਂ ਕਰ ਪਾਇਆ, ਉਹਨੂੰ ਬਚਾ ਨਹੀਂ ਪਾਇਆ, ਉਹਨੂੰ ਉਸ ਤਰੀਕੇ ਨਾਲ ਪ੍ਰੀਜ਼ਰਵ ਨਹੀਂ ਕਰ ਪਾਇਆ, ਸੰਭਾਲ ਨਹੀਂ ਸਕਿਆ, ਖਿਰ ਗਿਆ ਉਹਦੇ ਕੋਲੋਂ। ਸੰਤ ਪਤਾ ਕੌਣ ਨੇ? ਜਿਹੜੇ ਇਹਨੂੰ ਚੀਜ਼ ਨੂੰ ਸੰਭਾਲ ਲੈਂਦੇ ਨੇ, ਇਹਨੂੰ ਵਸ ਕਰ ਲੈਂਦੇ ਨੇ। ਉਹਨਾਂ ਤੋਂ ਇਹ ਚੀਜ਼ਾਂ ਇਸ ਤਰ੍ਹਾਂ ਆ। ਸਪੋਜ਼ ਹੋਰ ਇਹਨੂੰ ਧਿਆਨ ਨਾਲ ਦੇਖੋ ਤੁਸੀਂ, ਜਿਹੜੇ ਗੁਣ ਨੇ ਨਾ, ਇਹ ਬਹੁਤ ਜਿਵੇਂ ਕੋਈ ਫਿਸਲਣ ਵਾਲੀ ਬੜੀ ਜਿਹੜੀ ਸਲਿਪਰੀ ਚੀਜ਼ ਹੋਏ ਉਸ ਤਰ੍ਹਾਂ ਦੀ ਹੁੰਦੀ ਹੈ।
लगदी वधिया आई, मगर तुहाडे कोलों काबू नहीं होनी। ਇਹਦੇ ਲਈ ਸੰਤ ਬਿਰਤੀ ਚਾਹੀਦੀ ਹੈ। ਤੇ ਸੰਤ ਬਿਰਤੀ ਕਿਹੜੀ ਹੈ? ਸਭ ਤੋਂ ਪਹਿਲੀ ਸੰਤ ਬਿਰਤੀ ਇਹ ਹੈ, ਸੰਤ ਬਿਰਤੀ ਦਾ ਗੁਣ ਜਿਹੜਾ ਆ ਉਹਦੇ ਵਿੱਚ ਲਗਾਤਾਰਤਾ ਦੇ ਨਾਲ, ਕਿਉਂਕਿ ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ ਕਿ ਮਹਾਰਾਜ ਬਿਆਨ ਕਰਦੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸਾਸ ਗਿਰਾਸ, ਹਰ ਇੱਕ ਸਾਹ ਅੰਦਰ ਆਉਂਦੇ ਜਾਂਦੇ, ਹਰ ਇੱਕ ਗੱਲ ਦਾ ਜਿਹੜਾ ਸਲਾਈਵਾ ਹੈ, ਜਦੋਂ ਅਸੀਂ ਉਸ ਦੇ ਕੁੱਟ ਭਰਦੇ ਹਾਂ, ਜਦੋਂ ਉਸ ਨੂੰ ਸਵਾਲੋ ਕਰਦੇ ਹਾਂ, ਇਹਦੇ ਨਾਲ ਰੱਬ ਨਾ ਵਿਸਰੇ, ਅਹਿਸਾਸ ਰਹੇ ਕਰਤਾਰੀ ਹੋਣ ਦਾ, ਕਰਤਾਰੀ ਉਸ ਰੂਪ ਦਾ। ਤੇ ਅਹਿਸਾਸ ਕਿਵੇਂ ਰਹੇਗਾ? ਜੇ ਉਹੋ ਜਿਹੇ ਸੰਗਤ ਕਰੋਗੇ, ਲਿਟਰੇਚਰ ਪੜ੍ਹੋਗੇ, ਗੱਲਾਂ ਸੁਣੋਗੇ, ਗੱਲਾਂ ਕਰੋਗੇ, ਉਹੋ ਜਿਹੇ ਮਾਹੌਲ 'ਚ ਰਹੋਗੇ। ਸੰਤ ਉਹ ਹੈ ਜਿਹੜਾ ਇਸ ਸੰਗਤ ਨੂੰ, ਇਸ ਸਾਰੇ ਦੇ ਸਾਰੇ ਐਕਸਰਸਾਈਜ਼ ਨੂੰ ਅਡਾਪਟ ਕਰ ਲੈਂਦਾ ਆ। ਹੌਲੀ ਹੌਲੀ ਗੁਣ ਜਿਹੜਾ ਹੈ ਉਹਦੇ ਕਰੈਕਟਰ ਦਾ ਹਿੱਸਾ ਬਣ ਜਾਂਦਾ ਆ, ਉਹਦੇ ਅੰਦਰ ਲਗਾਤਾਰ ਉਹ ਰਿਫਲੈਕਟ ਕਰਨਾ ਸ਼ੁਰੂ ਕਰ ਦਿੰਦਾ ਆ। ਤੇ ਜਿੱਥੇ ਗੁਣ ਆ, ਇਹ ਕੁਦਰਤ ਦਾ ਨਿਯਮ ਹੈ। ਮਤਲਬ ਤੁਸੀਂ ਅਹਿਸਾਸ ਕਰੋ, ਇਹ ਕਾਇਨਾਤ ਗੁਣਾਂ ਨੂੰ ਨਵਾਜਦੀ ਹੈ, ਔਗੁਣਾਂ ਨੂੰ ਉਹਨਾਂ ਨੂੰ ਤੇ ਪ੍ਰਤਾੜਿਤ ਕਰਦੀ ਹੈ, ਸਜ਼ਾ ਦਿੰਦੀ ਹੈ। ਔਗੁਣ ਨੂੰ ਸਜ਼ਾ ਮਿਲੇਗੀ। ਜੇ ਜਿਸ ਮੁਬਾਲਿਕ 'ਚ ਅਸੀਂ ਬੈਠੇ ਹਾਂ, ਆਪ ਹੈਰਾਨ ਹੋਵੋਗੇ। ਤੇ ਕੁਝ ਚੀਜ਼ਾਂ ਸਹੀ ਤਰੀਕੇ ਨਾਲ ਸਮਝਣੀਆਂ ਚਾਹੀਦੀਆਂ ਨੇ। ਮੈਂ ਜੇਲ੍ਹਾਂ 'ਚ ਕੰਮ ਕਰਦਾ ਕਾਫੀ ਲੰਬੇ ਸਮੇਂ ਤੋਂ, ਇੱਥੇ ਕਾਉਂਸਲਿੰਗ ਦੇ ਤੌਰ 'ਤੇ, ਸਪਿਰਿਚੁਅਲ ਕਾਉਂਸਲਰ ਦੇ ਤੌਰ 'ਤੇ, ਐਸੋਸੀਏਟ ਦੇ ਤੌਰ 'ਤੇ ਮੈਂ ਲੰਬੇ ਸਮੇਂ ਤੋਂ ਇਨਵੋਲਵ ਹੈਗਾ। ਅਸੀਂ ਉੱਥੇ ਬਹੁਤ ਸਾਰੇ ਪ੍ਰੋਗਰਾਮ ਰਨ ਕਰਦੇ ਹਾਂ, ਰਿਸੋਰਟ ਆਫ ਜਸਟਿਸ, ਹੋਰ ਇਸ ਕਿਸਮ ਦੇ ਪ੍ਰੋਗਰਾਮ ਜਿਹੜੇ ਨੇ। ਆਪ ਅਹਿਸਾਸ ਕਰੋ, ਤੁਹਾਡੇ ਜ਼ਿਹਨ ਵਿੱਚ ਇੱਥੋਂ ਦੀ ਜੇਲ੍ਹ ਦੀ ਤਸਵੀਰ ਕੈਸੀ ਹੋਏਗੀ। ਕਈ ਉੱਥੇ 'ਚ ਡਿਫਰੈਂਟ ਜੇਲ੍ਹ ਦੇ ਲੇਅਰਸ ਨੇ, ਮਾਡਲਸ ਨੇ। ਇੱਥੇ ਮੈਂ ਬਹੁਤ ਮਿਨੀਮਮ ਸਿਕਿਉਰਿਟੀ ਜੇਲ੍ਹ ਤੋਂ ਸ਼ੁਰੂ ਕਰਦਾ। ਸਿੰਪਲ ਇੱਕ ਤੁਹਾਨੂੰ ਸਨੈਪਸ਼ਾਟ ਦੇਣਾ। ਤੁਸੀਂ ਕਦੀ ਇੰਡੀਆ ਦੇ ਵਿੱਚ ਬਹੁਤ ਉਮਦਾ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਉਹਨਾਂ ਦੇ ਹੋਸਟਲ ਦੇਖੇ ਹੋਣ? ਉਸਨਾਂ ਤੋਂ, ਹੋਸਟਲਸ ਤੋਂ ਵਧੀਆ ਰਿਹਾਇਸ਼ ਹੈ। ਕੋਈ ਬਾਉਂਡਰੀ ਨਹੀਂ ਵੱਡੇ ਲੈਵਲ 'ਤੇ, ਕੋਈ ਜੇਲ੍ਹ ਦੀਆਂ ਦੀਵਾਰਾਂ ਨਹੀਂ, ਕੋਈ ਉਸ ਕਿਸਮ ਦੇ ਸੈੱਲ ਨਹੀਂ ਬਣੇ, ਛੋਟੇ ਛੋਟੇ ਫਲੈਟ ਬਣੇ ਨੇ ਅਤੇ ਬੜੀਆਂ ਰਮਣੀਕ ਜਗ੍ਹਾ 'ਤੇ ਬਣੀਆਂ ਨੇ। ਉੱਥੇ 3 ਟਾਈਮ ਪ੍ਰੋਪਰ ਜਿਹੜਾ ਹੈਗਾ ਫੂਡ ਮਿਲਦਾ, ਕੁੱਕ ਹੋਇਆ ਵੀ, ਅਤੇ ਤੁਹਾਡੇ ਕੋਲ ਫੈਸਿਲਿਟੀ ਵੀ ਹੁੰਦੀ ਹੈ, ਤੁਸੀਂ ਆਪਣਾ ਫੂਡ ਵੀ ਕੁੱਕ ਕਰ ਸਕਦੇ ਹੋ। ਤੁਹਾਨੂੰ ਬਰਤਨ ਦਿੱਤੇ ਗਏ ਨੇ ਸਾਰੇ। ਫੇਥ ਬੇਸਡ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਮਤਲਬ ਜਿਹੜੀ ਰਿਲੀਜੀਅਸ ਅਕੋਮੋਡੇਸ਼ਨ ਕਹਿੰਦੇ ਨੇ ਉਸਨੂੰ, ਦੇ ਆਲਵੇਜ਼ ਟਰਾਈ ਟੂ ਅਕੋਮੋਡੇਟ ਐਵਰੀਵਨ ਅਕੋਰਡਿੰਗ ਟੂ ਦੇਅਰ ਰਿਲੀਜੀਅਸ ਐਂਡ ਸਪਿਰਿਚੁਅਲ ਨੀਡਸ। ਮਤਲਬ ਇਸ ਕਿਸਮ ਦੇ ਨਾਲ ਚੀਜ਼ਾਂ ਹੁੰਦੀਆਂ। ਸੋ ਇਹ ਸਾਰਾ ਕੁਝ ਉੱਥੇ ਮਿਲਦਾ ਆ। ਹਰ ਮੀਲ ਜਿਹੜਾ ਆ ਪਹਿਲੇ ਮੀਲ ਨਾਲੋਂ ਡਿਫਰੈਂਟ ਹੋਏਗਾ। ਕਈ ਤਰ੍ਹਾਂ ਦਾ ਫੂਡ ਡਿਫਰੈਂਟ ਵੇ ਦੇ ਨਾਲ ਉੱਥੇ ਇਨਸਿਸਟ ਕੀਤਾ ਜਾਂਦਾ ਹੈ, ਐਜੂਕੇਟ ਕੀਤਾ ਜਾਂਦਾ ਹੈ। ਐਟਲੀਸਟ 3 ਫਰੂਟ ਹਰ ਰੋਜ਼ ਜ਼ਰੂਰ ਖਾਧੇ ਜਾਣ, ਵੈਜੀਟੇਬਲਸ ਖਾਧੇ ਜਾਣ, ਹੋਰ ਇਤਨਾ ਸਭ ਕੁਝ ਇਸ ਤਰੀਕੇ ਨਾਲ। ਬਾਕੀ ਰਹਿਣ ਸਹਿਣ ਦੀਆਂ ਗੱਲਾਂ ਤੁਸੀਂ ਜਿਹੜੇ ਜਿਵੇਂ ਦਾ ਤੁਹਾਡਾ ਫੇਥ ਆ, ਉਸੇ ਕਿਸਮ ਦੇ ਬੰਦੇ ਪੜ੍ਹਾਉਣ ਲਈ ਆਉਂਦੇ, ਸਭ ਚੀਜ਼ਾਂ ਇਹ ਸਭ ਕਰਦੇ। ਮੈਂ ਸਾਰਾ ਕੁਝ ਕਿਉਂ ਡੈਮੋਸਟ੍ਰੇਟ ਦੇ ਰਿਹਾ, ਤੁਹਾਨੂੰ ਕਿਉਂ ਦੱਸ ਰਿਹਾ ਸਭ ਕੁਛ? ਇਸ ਮੁਲਕ ਦੇ ਵਿੱਚ ਆਉਣ ਲਈ ਕਿਵੇਂ ਤੜਪ ਰਹੇ ਹਾਂ ਅਸੀਂ। PR ਹੋ ਜਾਏ ਇੱਕ ਵਾਰੀ, ਬਸ ਇੱਕ ਵਾਰੀ ਪੈਰ ਲੱਗ ਜਾਏ ਇੱਥੇ ਕਿਸੇ ਤਰੀਕੇ ਨਾਲ। ਕਿਉਂ? ਕਿਉਂਕਿ ਗੁਣ ਹੈ ਸਿਸਟਮ ਵਿੱਚ। ਦੈਟ ਇਜ਼ ਦਾ ਓਨਲੀ ਵਨ ਥਿੰਗ। ਗੁਣਾਂ ਦੀ ਗਾਹਕ ਹੈ ਦੁਨੀਆ, ਔਗੁਣਾਂ ਦੀ ਨਹੀਂ। ਗੁਣ ਕਿਤੇ ਵੀ ਹੋਏਗਾ, ਖੂਬੀ ਕਿਤੇ ਵੀ ਹੋਏਗੀ, ਸਾਡੇ ਵੀ ਉੱਥੇ ਹੈ ਹੀ ਹੈ। ਜੇਲ੍ਹ ਨੂੰ ਤੇ ਛੱਡੋ ਪਰਾਂ, ਰੀਸੈਂਟਲੀ ਕਿਰਸਾਨੀ ਦਾ ਸੰਘਰਸ਼ ਹੀ ਚੱਲ ਰਿਹਾ ਹੈ। ਤੁਸੀਂ ਦੇਖੋ ਲੋਕਾਂ ਦੀ ਛਤਰੋੜ ਹੁੰਦੀ, ਮਾਫੀ ਚਾਹਾਂਗਾ ਮੈਂ ਲਫ਼ਜ਼ ਯੂਜ਼ ਕਰ ਰਿਹਾ। ਇਹ ਕੀ ਹੈ? ਮਤਲਬ ਇਹ ਕੁਦਰਤ ਨਵਾਜਦੀ ਹੈ ਗੁਣ ਨੂੰ, ਔਗੁਣ ਨੂੰ ਨਹੀਂ। ਔਗੁਣ ਨੂੰ ਤੇ ਪਨਿਸ਼ਮੈਂਟ ਹੈ। ਤੇ ਜੇ ਕੋਈ ਬਹੁਤ ਜ਼ਿਆਦਾ ਇਸ ਕਰਤਾਰੀ ਨਿਜ਼ਾਮ ਦੇ ਵਿੱਚ ਆਪਣੀ ਜਿਹੜਾ ਹੈ ਖੂੰਖਾਰੀਅਤ ਨੂੰ, ਮਤਲਬ ਜਿਹਨੂੰ ਕਹਿ ਲਓ ਜਿਹੜੀ ਵਾਈਲਡਨੈਸ ਹੈ, ਜਿਹੜਾ ਵਹਿਸ਼ੀਪੁਣਾ ਆ,
ਉਹਦਾ ਮੁਜ਼ਾਹਰਾ ਕਰਨਾ ਚਾਹੁੰਦਾ ਹੈ ਤੇ ਕੁਦਰਤ ਇੰਤਕਾਮ ਵੀ ਲੈਂਦੀ ਹੈ। ਇਹ ਵੀ ਉਹਦਾ ਨਿਯਮ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਤੇਰਾ ਇੰਤਕਾਮ ਵੀ ਪੱਕਾ ਆ। ਸੰਤ ਉਹ ਹੈ ਜਿਹੜਾ ਵਿਜ਼ਨਰੀ ਹੈ, ਜਿਹਨੂੰ ਪਤਾ ਹੈ ਇਸ ਹੁਕਮ ਦਾ, ਹੁਕਮ ਕਿਵੇਂ ਚੱਲਦਾ। ਉਹ ਕਹਿੰਦਾ ਹੈ ਗੁਣ ਨੂੰ ਹੀ ਕਰਤਾਰ ਨਵਾਜਦਾ, ਗੁਣਾਂ ਵਿੱਚ ਕਰਤਾਰ ਰਹਿੰਦਾ। ਗੁਣ ਰੱਬ ਦਾ ਨਾਂ ਹੈ। ਗੁਣ ਸਸਟੇਨ ਕਰਨੇ ਚਾਹੀਦੇ ਨੇ, ਉਹਨਾਂ ਨੂੰ ਕੰਟੇਨ ਕਰਨਾ ਹੈ, ਉਹਨਾਂ ਨੂੰ ਸੰਭਾਲਣਾ ਹੈ, ਉਹਨਾਂ ਦੇ ਨਾਲ ਜ਼ਿੰਦਗੀ ਜੀਣੀ ਹੈ, ਔਗੁਣਾਂ ਨਾਲ ਨਹੀਂ। ਆਹੀ ਖੂਬੀ ਹੈ ਬਸ। ਕਈ ਵਾਰੀ ਮੈਨੂੰ ਯੰਗ ਬੱਚੇ ਕਹਿਣਗੇ ਵਾਈ ਡੂ ਯੂ ਆਲਵੇਜ਼ ਰეკਮੈਂਡ ਡੂ ਸਮ ਸਿਮਰਨ। ਮੈਂ ਕਹਿੰਦਾ ਇਸ ਕਰਕੇ ਕਿਉਂਕਿ ਇਹ ਜ਼ਰੂਰੀ ਹੈ। ਜਿਵੇਂ ਸਪੋਜ਼ ਕਰੋ, ਵੈਸੇ ਤਾਂ ਨੈਚੁਰਲੀ ਨਹੀਂ ਆਉਂਦੀਆਂ ਚੀਜ਼ਾਂ, ਅਰਨ ਕਰਨੀਆਂ ਪੈਂਦੀਆਂ ਨੇ। ਕਿਸੇ ਨੂੰ ਜਿਹੜੇ ਨੇ ਉਹ 6 ਐਪਸ ਤੇ ਹੋਰ ਮਸਲਸ ਵਗੈਰਾ ਸਾਰੇ ਕੁਦਰਤ ਨੇ ਬਣੇ ਬਣਾਏ ਦੇ ਤੇ, ਇੰਜੋਏ ਇਟ ਲੈਵਲ। ਪਰ ਜੇ ਉਹ ਬਣੇ ਬਣਾਏ ਵੀ ਮਿਲ ਗਏ, ਵਾਟ ਡੂ ਯੂ ਥਿੰਕ ਇਸ ਬਣੇ ਰਹਿਣਗੇ ਐਵੇਂ? ਨੋ, ਯੂ ਹੈਵ ਟੂ ਮੇਨਟੇਨ them as it is by doing lots of exercise। ਜੇ ਤੁਹਾਨੂੰ ਚੰਗਾ ਸੁਭਾਅ ਵੀ ਮਿਲ ਗਿਆ, ਚੰਗੇ ਗੁਣ ਮਿਲ ਗਏ ਸਭ, ਪਰ ਭਾਈ ਸੰਭਾਲਣੇ ਤੇ ਫਿਰ ਵੀ ਪੈਣਗੇ ਨਾ। ਸੰਭਾਲਣ ਦਾ ਮਤਲਬ ਹੈ ਸਿਮਰਨ, ਪਾਠ, ਸੰਗਤ, ਇਹ ਸਭ ਚੀਜ਼ਾਂ। ਸੰਤ ਜਿਹੜਾ ਹੈ ਉਹਨੂੰ ਪਤਾ ਇਸ ਗੱਲ ਦਾ। ਉਹ ਕਹਿੰਦਾ ਹੈ ਹੋਰ ਕੁਝ ਵਿਸਰ ਜਾਏ ਕੋਈ ਗੱਲ ਨਹੀਂ, ਇੱਕ ਟਾਈਮ ਦਾ ਖਾਣਾ ਨਾ ਖਾਵਾਂ, ਇਟਸ ਓਕੇ। meal time, if I'm actually postponing a meal time, if I'm not able to eat at a time, it's not a big deal। हाँ, ਜੇ ਮੈਂ ਪਾਠ ਨਹੀਂ ਕਰ ਪਾ ਰਿਹਾ ਇੱਕ ਟਾਈਮ, that is big thing। ਇਹ ਆਦਤ ਬਣ ਸਕਦੀ ਹੈ, ਇਹ ਗੜਬੜ ਹੋ ਜਾਏਗੀ। ਮੈਂ ਇੱਕ ਦਿਨ ਕਿਸੇ ਆਪਣੇ ਫਰੈਂਡ ਨੂੰ ਨਹੀਂ ਮਿਲਿਆ, it's not a big deal। ਪਰ ਮੈਂ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਭੁੱਲ ਗਿਆ, ਇਹ ਗਲਤ ਹੈ। ਮੈਂ ਇੱਕ ਦਿਨ ਝੂਠ ਬੋਲਤਾ ਕਿਸੇ ਤਰੀਕੇ ਦੇ ਨਾਲ ਕੁਛ ਕਿਸੇ ਗੱਲ ਵਾਸਤੇ, ਇਹ ਕੋਈ ਵੱਡੀ ਗੱਲ ਨਹੀਂ। ਨਾ ਸੰਤ ਬਿਰਤੀ ਬੰਦਾ ਕਹਿੰਦਾ ਨਹੀਂ ਆਦਤ ਪੈ ਜਾਏਗੀ, ਦੈਟਸ ਨਾਟ ਗੁੱਡ। ਇਹੋ ਜਿਹੀ ਚੀਜ਼ਾਂ ਹੁੰਦੀਆਂ ਬਹੁਤ ਵਾਰੀ। ਤੇ ਇਹ ਦੇਖੋ, ਹਰ ਬੰਦਾ ਗੁਨਾਹਾਂ ਦਾ ਪੁਤਲਾ ਆ। ਕਿਸੇ ਦੇ ਗੁਨਾਹ ਇਸ ਕਿਸਮ ਦੇ ਨੇ, ਕਿਸੇ ਦੇ ਇਸ ਕਿਸਮ ਦੇ ਨੇ, ਫਰਕ ਹੋਏਗਾ ਉਹਨਾਂ ਦੇ ਉਹਦੇ 'ਚ, ਪਰ ਗੁਨਾਹ ਸਭ ਦੇ ਵਿੱਚ ਹੁੰਦੇ ਨੇ। ਪਰ ਜਿੰਨਾ ਬੰਦਾ ਅਵੇਅਰ ਹੈਗਾ, ਜਾਗ ਗਿਆ, ਉੱਥੇ ਗੁਨਾਹ ਨਾ ਕਰੇ। ਮੇਰੇ ਇੱਕ ਬੜੇ ਪਿਆਰੇ ਮਿੱਤਰ ਨੇ ਵੈਨਕੂਵਰ ਦੇ ਵਿੱਚ, ਮਿੱਤਰ ਕਹਿ ਸਕਦਾ, ਹੈ ਤੇ ਬੜੇ ਏਜਡ ਅੰਕਲ ਜੀ ਕਹਿ ਲਓ, ਬੜੇ ਪੁਰਾਣੇ ਆਏ ਨੇ ਇੱਥੇ। ਉਹਨਾਂ ਨੇ ਇੱਕ ਬਾਤ ਸੁਣਾਈ ਬੜੇ ਕਮਾਲ ਦੀ। ਸੰਤ ਬਿਰਤੀ ਦੀ ਗੱਲ ਕਰ ਰਹੇ ਹਾਂ। ਸੰਤ ਚੋਗੇ ਦਾ ਨਾਂ ਨਹੀਂ ਹੈਗਾ ਇਹ। ਐਕਚੁਅਲੀ ਅਸੀਂ ਇਸ ਚੀਜ਼ ਤੋਂ ਕਾਫੀ ਬਾਹਰ ਆ ਗਏ ਹਾਂ, ਬਟ ਅਜੇ ਵੀ ਸਾਡੇ ਇਸ ਕਿਸਮ ਦਾ ਭੁਲੇਖਾ ਆ। ਬਲਕਿ ਜਿਹੜੇ ਐਵੇਂ ਦੇ ਲੋਕ ਵਿਖਾਵਾ ਕਰਦੇ ਨੇ ਜਾਂ ਹਿਪੋਕ੍ਰੇਸੀ ਐਸੀ ਸ਼ੋਅ ਕਰਨ ਦੀ ਟਰਾਈ ਕਰਦੇ ਨੇ, ਉਹਨਾਂ ਨੂੰ ਤਾਂ ਬਾਣੀ ਬਿਲਕੁਲ ਨਹੀਂ ਛੱਡਦੀ। ਉਹਨਾਂ ਬਾਬਤ ਤੇ ਤੁਸੀਂ ਕਦੀ ਬਾਣੀ 'ਚ ਬਚਨ ਪੜੋ, ਗੱਜ ਸਾਢੇ ਤਹਿ ਤਹਿ ਧੋਤੀਆਂ ਤੇਹਰੇ ਪਾਇਨ ਜੱਗ, ਤੇਹਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਰੀਆਂ ਲੋਟੇ ਹੱਥ ਨੇ ਬੱਗ। ਓਏ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ। ਉਹਨਾਂ ਨੂੰ ਕਿਹਾ ਉਹ ਸੰਤ ਥੋੜਾ ਨੇ, ਉਹ ਤੇ ਬਨਾਰਸੀ ਠੱਗ ਨੇ। ਇਹ ਤੇ ਜਿਹੜੇ ਡੈਮੋਸਟ੍ਰੇਸ਼ਨ ਵਿਖਾਵਾ ਕਰਦੇ ਇਸ ਕਿਸਮ ਦਾ। ਭਾਈ ਅਸਲ ਗੱਲ ਇਹ ਹੈ ਤੁਸੀਂ ਗੁਣਾਂ ਦੇ ਨਾਲ ਜੁੜਨਾ ਆ। ਖੈਰ ਉਹ ਜਿਹੜੀ ਬਾਤ ਕਹਿਣ ਲੱਗਾ ਸੀਗਾ, ਉਹ ਸੱਜਣ ਉਹ ਕਹਿੰਦੇ ਕਿ ਸ਼ੁਰੂ 'ਚ ਇੱਥੇ ਆਏ, ਪਹਿਲਾਂ ਥੋੜ੍ਹਾ ਸਮਾਂ ਪ੍ਰੇਰੀਸ ਵਿੱਚ ਰਹੇ, ਫਿਰ ਵੈਨਕੂਵਰ ਮੂਵ ਕਰ ਗਏ। ਅਤੇ ਇੱਕ ਦਿਨ ਕੀ ਹੋਇਆ, ਵਿੰਟਰ ਟਾਈਮ ਸੀਗਾ ਅਤੇ ਮੈਂ ਗੱਡੀ ਸਿੱਧੀ ਲੈ ਕੇ ਜਾ ਰਿਹਾ, ਸਮਨ ਵਾਜ਼ ਰਨਿੰਗ ਰੈੱਡ ਲਾਈਟ, ਗੱਡੀ ਲੱਗ ਗਈ। ਉਸੇ ਵਕਤ ਉਹਨੂੰ ਟਿਕਟ ਮਿਲ ਗਈ ਆ ਕੇ। ਡੈਫੀਨੇਟਲੀ ਉਹ ਬੰਦਾ ਫਾਲਟ 'ਚ ਸੀਗਾ। ਮੈਨੂੰ ਉਹਨੇ ਪੁੱਛਿਆ ਵੀ ਭਾਈ ਤੈਨੂੰ ਕੁਛ ਕਿਸਮ ਦੇ ਨਾਲ, ਅਤੇ ਮੈਂ ਦੱਸਿਆ ਕਿ ਉਹ ਮੈਨੂੰ ਤਾਂ ਸੱਟ ਬੜੀ ਲੱਗ ਗਈ, ਲੱਕ ਦੁਖਦਾ ਹੈ, ਸਭ ਕੁਛ ਲਿਖ ਲਿਆ, ਰਿਪੋਰਟ ਬਣਾ ਲਈ ਉਹਨੇ। ਖੈਰ ਘਰ ਚਲਾ ਗਿਆ। ਜਦੋਂ ਘਰ ਚਲਾ ਗਿਆ ਅਹਿਸਾਸ ਹੋਇਆ ਕੋਈ ਸੱਟ ਤਾਂ ਲੱਗੀ ਨਹੀਂ, ਸਭ ਕੁਛ ਤਾਂ ਠੀਕ ਠਾਕ ਆ। ਹੁਣ ਕੀ ਕੀਤਾ ਜਾਏ? ਸਾਰੀ ਰਾਤ ਸੋਚਦਾ ਰਿਹਾ, ਝੂਠ ਬੋਲਿਆ। ਇਹ ਤਾਂ ਗੱਲ ਠੀਕ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਅੱਜ ਥੋੜ੍ਹਾ ਮਾਹੌਲ ਬਦਲਿਆ, ਥੋੜ੍ਹੀ ਪੁਰਾਣੀ ਗੱਲ ਦੱਸਦੇ ਹੋ। ਉਹ ਕਹਿੰਦੇ ਦਿਨ ਚੜ੍ਹਿਆ, ਰਹਿ ਨਾ ਹੋਇਆ, ਸਿੱਧਾ ਉਸ ਆਫਿਸ ਹੀ ਚਲਾ ਗਿਆ। ਉਹ ਕਹਿੰਦਾ ਹਾਂ ਭਾਈ ਕਿੱਦਾਂ, ਠੀਕ ਨਹੀਂ ਫੀਲ ਕਰਦਾ? ਉਹ ਕਹਿੰਦਾ ਮੈਂ ਤੈਨੂੰ ਦੱਸਾਂ, ਆਈ ਲਾਈਡ ਯੈਸਟਰਡੇ, ਆਈ ਐਮ ਪਰਫੈਕਟ, ਆਈ ਡੋਂਟ ਹੈਵ ਐਨੀ ਇਸ਼ੂ। ਉਹ ਹੱਸਿਆ ਜ਼ੋਰ ਲਾ ਕੇ। ਕਹਿੰਦਾ ਇੱਕ ਵਾਰੀ ਫਿਰ ਸੋਚ ਲੈ, ਮੇਰੇ ਕੋਲ ਫਾਈਲ 'ਚ ਲਿਖਿਆ ਸਾਰਾ ਕੁਝ, ਆਈ ਕੈਨ ਐਕਚੁਅਲੀ ਮੇਕ ਯੂਰ ਕੇਸ ਪ੍ਰੋਪਰਲੀ ਐਵਰੀਥਿੰਗ। ਕਹਿੰਦਾ ਨਾ ਮੈਂ ਤੁਹਾਨੂੰ ਸੱਚ ਦੱਸ ਰਿਹਾ।
ਉਹਨੇ ਫਾਈਲ ਪਾੜਤੀ। ਕਹਿੰਦਾ ਫਾਈਲ ਪਾੜੀ, ਮੈਨੂੰ ਕਹਿੰਦਾ ਤੇਰੇ ਕੋਲ ਟਾਈਮ ਹੈ? ਮੇਰੇ ਕੋਲ ਮੇਰੀ ਜਿਹੜਾ ਹੈਗਾ ਵਰਕ ਆਵਰਸ ਨੇ, ਆਈ ਕੈਨ ਨੋਟ ਲੀਵ ਮਾਈ ਆਫਿਸ, ਬਟ ਇਫ ਯੂ ਹੈਵ ਟਾਈਮ ਆਈ ਰੀਅਲੀ ਵਾਂਟ ਟੂ ਐਕਚੁਅਲੀ ਹੈਵ ਕਾਫੀ ਵਿਦ ਯੂ। ਉਹ ਕਹਿੰਦਾ ਅੰਕਲ ਜੀ ਕਹਿੰਦੇ ਮੇਰੇ ਕੋਲ ਕੋਈ ਬਾਹਰ ਬੈਠਦਾ ਵੇਟ ਕਰਦਾ। ਉਹ ਬ੍ਰੇਕ ਹੋਈ ਉਹਦੀ ਕੋਈ ਅੱਧੇ ਘੰਟੇ ਬਾਅਦ, ਅਸੀਂ ਦੋਨਾਂ ਜਿਹੜੇ ਨੇ ਕੌਫੀ ਪੀਤੀ ਬੈਠ ਕੇ ਬਾਹਰ। ਮੈਨੂੰ ਕਹਿੰਦਾ ਜ਼ਿੰਦਗੀ ਦੇ ਵਿੱਚ ਸੁਖੀ ਰਹੇਗਾ, ਖੁਸ਼ ਰਹੇਗਾ, ਬੜੀ ਪ੍ਰੋਸਪੈਰਿਟੀ ਇੰਜੋਏ ਕਰੇਗਾ। ਆਈ ਕੈਨ ਸੀ ਇਟ। ਕਹਿੰਦਾ ਮੈਨੂੰ ਲੱਗਾ ਇਹ ਬੰਦੇ ਨੇ ਮੈਨੂੰ ਅਸੀਸ ਦੇਤੀ ਹੈ। ਹੋਇਆ ਵੀ ਇਸੇ ਤਰ੍ਹਾਂ। ਮਤਲਬ ਮੈਂ ਉਹਨਾਂ ਦੇ ਨਾਲ ਕਈ ਵਾਰੀ ਜਦੋਂ ਡਰਾਈਵ ਕਰਨਾ ਸੱਜੇ ਖੱਬੇ, ਤੇ ਕਈ ਵਾਰੀ ਐਸੀ ਗੱਲ ਹੋਣੀ, ਉਹਨਾਂ ਨੇ ਮੈਨੂੰ ਦਿਖਾਉਣਾ, ਉਹ ਗੁਲਜ਼ਾਰ ਸਿਆਂ ਆਹ ਵੀ ਆਪਣੀ ਪ੍ਰੋਪਰਟੀ ਹੈ, ਆਹ ਬਿਲਡਿੰਗ ਵੀ ਆਪਾਂ ਲੈ ਲਈ, ਇਹਦੇ ਸ਼ੇਅਰ ਪਾ ਲਿਆ ਆਪਾਂ ਨੇ। ਬੜਾ ਅੰਕਲ ਜੀ ਕੋਈ ਕਾਰਨਰ ਹੈ ਵੀ ਹੈ ਜਿੱਥੇ ਤੁਹਾਡਾ ਕੋਈ ਲਾਗ ਲਬੇੜ ਨਹੀਂ ਹੈਗਾ। ਪ੍ਰੋਸਪੈਰਿਟੀ ਦੀ ਉਸ ਲੈਵਲ ਨੂੰ ਇੰਜੋਏ ਕੀਤਾ। ਇਹ ਕੀ ਹੈ? ਗੁਣਾਂ ਨੂੰ ਮਾਲਕ ਨਵਾਜਦਾ ਆ, ਸੰਤ ਬਿਰਤੀ। ਮੈਂ ਇਸ ਕਰਕੇ ਬਿਆਨ ਕਰਦਾ ਸਭ ਕੁਝ, ਕਿਉਂਕਿ ਮੋਸਟਲੀ ਅਸੀਂ ਐਸੇ ਹਾਂ ਜਿਨ੍ਹਾਂ ਨੇ ਆਪਣੀ ਲਾਈਫ ਸ਼ੁਰੂ ਕਰਨੀ ਹੈ ਗੁਣ ਤੇ, ਇਮਾਨਦਾਰੀ ਤੇ, ਇਸ ਚੀਜ਼ ਦੇ ਉੱਤੇ। ਤੇ ਇਹ ਸਾਰੇ ਨੂੰ ਜੇ ਤੁਸੀਂ ਕੰਟੇਨ ਕਰਨਾ ਹੈ, ਸਸਟੇਨ ਕਰਨਾ ਹੈ, ਰੱਬ ਜੀ ਦਾ ਨਾਮ ਲੱਭੋ, ਉਹਦੇ ਨਾਲ ਜੁੜੋ। ਇੱਥੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਹਰ ਹਰੇ ਹਰ ਗੁਣ ਨੇ ਦੇ, ਹਰ ਸੰਤਨ ਕਹਿ ਵਸ ਆਏ ਰਾਮ। ਜਿਹੜੇ ਹਰੀ ਦੇ ਰੱਬ ਦੇ ਗੁਣ ਨੇ, ਸੰਤ ਜਨਾਂ ਦੇ ਵਸ 'ਚ ਆ ਗਏ। ਉਹ ਸੰਤ ਜਨੀ ਉਹਦੇ ਤੋਂ ਬਾਹਰ ਜਾਂਦੇ ਹੀ ਨਹੀਂ, ਉਹਦੀ ਪੂਰੀ ਐਕਸਰਸਾਈਜ਼ ਕਰਦੇ ਨੇ। ਅਗਲਾ ਬਚਨ ਲਿਖਿਆ ਇਹਦੇ ਵਿੱਚ ਸਾਹਿਬ ਬਿਆਨ ਕਰਦੇ, ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ। ਸੰਤ ਚਰਨ ਗੁਰ ਸੇਵਾ ਲਾਗੇ, ਜਿਨ੍ਹਾਂ ਨੇ ਸੰਤਾਂ ਦੇ ਚਰਨ ਫੜ ਲਏ। ਹੁਣ ਸੰਤਾਂ ਦੇ ਚਰਨ ਇੱਥੇ ਕੀ ਹੈ? ਇਹ ਵੀ ਸੱਚਾਈ ਹੈ, ਸਾਡੇ ਆਲੇ ਦੁਆਲੇ ਮਾੜੇ ਲੋਕ ਹੈਗੇ ਨੇ, ਚੰਗੇ ਵੀ ਹੈਗੇ ਨੇ, ਤੇ ਹਰ ਇੱਕ ਦਾ ਪ੍ਰਭਾਵ ਹੈ। ਜੇ ਮਾੜੇ ਦੀ ਸ਼ੈਡੋਇੰਗ ਜਿਹੜੀ ਹੈ ਉਸ ਪਾਸੇ ਲੈ ਜਾਏਗੀ, ਚੰਗੇ ਦੀ ਡੈਫੀਨੇਟਲੀ ਜੇ ਉਹ ਸਾਨੂੰ ਕਿਸੇ ਤਰੀਕੇ ਨਾਲ ਸਕਾਊਟ ਕਰੇਗਾ ਤੇ ਅਸੀਂ ਉਸ ਪਾਸੇ ਤੁਰ ਜਾਵਾਂਗੇ। ਜਿਹੜੇ ਸੰਤ ਜਨ ਨੇ ਉਹ ਗੁਰੂ ਵਾਲੇ ਪਾਸੇ ਲੈ ਕੇ ਜਾਂਦੇ, ਉਹਨਾਂ 'ਚ ਬਾਤ ਹੁੰਦੀ। ਦੇਖੋ ਗੁਰਮਤਿ ਸਕੂਲ ਆਫ ਥਾਟ ਦੇ ਵਿੱਚ ਇਹ ਚੀਜ਼ਾਂ ਨੂੰ ਸਮਝਿਆ ਜਾਏ। ਜਦੋਂ ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ, ਅਸੀਂ ਇੱਕ ਯੂਨੀਵਰਸਲ ਆਈਡੀਆ ਦੀ ਗੱਲ ਕਰ ਰਹੇ ਹਾਂ। ਇੱਕ ਐਸਾ ਆਈਡੀਆ ਜਿਹੜਾ ਤੁਹਾਨੂੰ ਕਿਰਤੀ ਬਣਾਉਂਦਾ ਹੈ, ਮੁਸ਼ੱਕਤੀ, ਮਿਹਨਤ ਕਰਨ ਵਾਲਾ। ਇੱਕ ਐਸਾ ਆਈਡੀਆ ਜਿਹੜਾ ਤੁਹਾਨੂੰ ਨਾਮ ਜਪਣ ਦੀ ਪ੍ਰੇਰਣਾ ਦਿੰਦਾ ਹੈ, ਜਿਹੜਾ ਕਹਿੰਦਾ ਹੈ ਵਾਹਿਗੁਰੂ ਦਾ ਧਿਆਨ ਹਰ ਵਕਤ ਆਪਣੀ ਸੁਰਤ 'ਚ ਰੱਖੋ। ਜਦੋਂ ਅਸੀਂ ਗੁਰੂ ਦੀ ਬਾਤ ਕਰਦੇ ਹਾਂ, ਕਿ ਅਸੀਂ ਯੂਨੀਵਰਸਲ ਸਿੱਖਿਆ ਜਿਹਦੇ 'ਚ ਸ਼ੇਅਰਿੰਗ ਦੀ ਗੱਲ ਹੋ ਰਹੀ ਹੈ। ਮਤਲਬ ਅੱਜ ਇਸ ਸਮਾਜ 'ਚ ਕਿਹਾ ਜਾਂਦਾ ਹੈ ਸ਼ੇਅਰਿੰਗ ਇਜ਼ ਕੇਅਰਿੰਗ। ਮਤਲਬ ਜੇ ਅਸੀਂ ਕਹਿੰਦੇ ਹਾਂ, ਅਸੀਂ ਕਿਸੇ ਨੇ ਵਿਖਾਉਣਾ ਚਾਹੁੰਦੇ ਹਾਂ, ਮੈਂ ਹਰ ਚੀਜ਼ ਦੀ ਮੈਂ ਧਿਆਨ ਰੱਖਦਾ ਜੀ ਹਰ ਚੀਜ਼ ਦਾ, ਭਾਈ ਪਤਾ ਲੱਗੇਗਾ ਤੂੰ ਵਾਕਿਆ 'ਚ ਇਸ ਸ਼ੇਅਰਿੰਗ, ਇਸ ਕਿਸੇ ਨਾਲ ਜਿਹੜਾ ਲੋੜਵੰਦ ਆ, ਜਿਹੜਾ ਤੇਰਾ ਆਲੇ ਦੁਆਲੇ ਹੈ, ਉਹਦੇ ਨਾਲ ਤੂੰ ਥੋੜ੍ਹਾ ਬਹੁਤਾ ਆਪਣੇ ਵੱਲੋਂ ਕੁਝ ਵੰਡਦਾ ਆ, ਕੁਝ ਵੰਡ ਕੇ ਛਕਣ ਦਾ ਕੌਨਸੈਪਟ ਹੈ ਤੇਰੇ ਵਿੱਚ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਜਿਹੜੇ ਸੰਤ ਜਨ ਨੇ ਉਹ ਇਸ ਕਿਸਮ ਦੇ ਨਾਲ ਮਦਦ ਕਰਦੇ। ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ। ਉਹਨਾਂ ਨੂੰ ਫਿਰ ਪਰਮ ਪਦਵੀ ਮਿਲਦੀ। ਪਰਮ ਪਦਵੀ ਹੈ ਇੱਕ ਸੁਪੀਰੀਅਰ ਸਟੇਟ ਆਫ ਮਾਈਂਡ। ਇਸ ਤਰ੍ਹਾਂ ਕਹਿ ਲਵੋ ਕਿ ਜਿਵੇਂ ਅੱਜ ਕੱਲ੍ਹ ਤੇ ਸਾਡੇ ਕੋਲ ਸਾਈਕੋਲੋਜੀ 'ਚ ਬਹੁਤ ਸਾਰੀਆਂ ਸਟੱਡੀਜ਼ ਆ ਗਈਆਂ ਨੇ ਇਹਦੇ ਉੱਤੇ। ਬੰਦੇ ਨੇ ਕੋਈ ਵੀ ਆਦਤ ਸ਼ੁਰੂ ਕੀਤੀ, ਪਹਿਲਾਂ ਨਹੀਂ ਸੀਗੀ। ਸਪੋਜ਼ ਸਬਸਟੈਂਸ ਇਨਟੇਕ ਦੀ ਗੱਲ ਕਰ ਲਈ ਜਾਏ, ਪਹਿਲਾਂ ਨਹੀਂ ਸੀ, ਪਰ ਇੱਕ ਜਗ੍ਹਾ ਤੋਂ ਬੰਦੇ ਨੇ ਸ਼ੁਰੂ ਕਰ ਦਿੱਤੀ। ਜੇ ਬਿਲਕੁਲ ਨੈਰੋ ਡਾਊਨ ਕਰਾਂਗੇ, ਮਤਲਬ ਗਰਾਊਂਡ ਜ਼ੀਰੋ ਤੱਕ ਉਸ ਚੀਜ਼ ਨੂੰ ਲੈ ਕੇ ਜਾਵਾਂਗੇ, ਤੇ ਪਤਾ ਇਹ ਲੱਗੇਗਾ ਉਹਦੇ ਦੋ ਹੀ ਰੀਜ਼ਨ ਹੋਣਗੇ ਸ਼ੁਰੂਆਤ ਹੋਣ ਦੇ। ਨੰਬਰ 1, ਹਮੇਸ਼ਾ ਕੋਈ ਇੱਛਾ ਰਹੇਗੀ ਹੋਏਗੀ ਅੰਦਰ ਐਕਸਪੈਰੀਮੈਂਟ ਕਰਨ ਦੀ। ਐਕਸਪੈਰੀਮੈਂਟਲ ਸਟੇਜ ਤੋਂ ਸਬਸਟੈਂਸ ਇੰਟਰੋਡਿਊਸ ਹੁੰਦਾ ਹੈ। ਜਿੱਥੇ ਮੌਕਾ ਬਣਿਆ, ਹਾਲਾਤ ਬਣੇ ਨੇ, ਸਰਕਮਸਟੈਂਸਸ ਬਣੇ ਨੇ, ਐਕਸਪੋਜ਼ਰ ਮਿਲਿਆ, ਬੰਦਾ ਇਨਵੋਲਵ ਹੋ ਗਿਆ। ਇੱਛਾ ਸੀ ਇੱਕ, ਤੇ ਇਹ ਹੈ। ਦੂਸਰਾ ਇਹ ਪਤਾ ਸੀਗਾ, ਸਬਸਟੈਂਸ ਦਾ ਵੀ ਪਤਾ ਚੰਗਾ ਬੁਰਾ ਕਿਹੋ ਜਿਹਾ ਹੈ, ਉਹਦਾ ਐਕਸਪੋਜ਼ਰ ਵੀ ਪਹਿਲਾਂ ਹੋਏਗਾ। ਪਰ ਇੱਕ ਦਿਨ ਕੀ ਹੋਇਆ, ਕੋਈ ਅੰਦਰ ਦੀ ਆਵਾਜ਼ ਐਸੀ ਆ ਰਹੀ ਹੈ, ਜਿਹੜੀ ਆਵਾਜ਼ ਮੇਰੀ ਕੌਨਸ਼ੀਅਸ ਲਗਾਤਾਰ ਮੈਨੂੰ ਸੁਣਾਉਂਦੀ ਹੈ, ਤੇ ਆਈ ਡੋਂਟ ਵਾਂਟ ਟੂ ਲਿਸਨ ਇਟ, ਆਈ ਡੋਂਟ ਵਾਂਟ ਟੂ ਹੀਅਰ ਇਟ। ਦੈਨ ਵਾਟ ਟੂ ਡੂ? ਲੈਟਸ ਸਟਾਪ ਇਟ। ਹਾਊ ਕੈਨ ਆਈ ਸਟਾਪ ਇਟ? Something put or something actually do some kind of intake of something so that ਉਹ ਜਿਹੜੀ ਵੋਇਸ ਹੈ ਉਹਨੂੰ ਓਪਰੈਸ ਕਰ ਲਿਆ ਜਾਏ। ਤੇ ਵੋਇਸ ਕਹਦੀ ਹੋਏਗੀ ਕੁਝ ਗਲਤ ਕੀਤਾ ਹੋਣਾ,
ਨਾ ਵਾਜਬ, ਇਨਐਪਰੋਪਰੀਏਟ, ਅਨਐਥੀਕਲ, ਕੁਝ ਇਹੋ ਜਿਹਾ ਜਿਹੜਾ ਠੀਕ ਨਹੀਂ ਲੱਗਦਾ ਹੁਣ। ਇੱਥੋਂ ਬਾਤ ਸ਼ੁਰੂ ਹੁੰਦੀ ਹੈ। ਸਾਹਿਬ ਬਿਆਨ ਕਰਦੇ ਇਹਦੇ ਵਿੱਚ, ਮਹਾਰਾਜ ਜਿਹੜਾ ਇਹ ਬਚਨ ਲਿਖ ਰਹੇ ਨੇ, ਗੁਰੂ ਸਾਹਿਬ ਜ਼ਿਕਰ ਕਰਦੇ ਪਰਮ ਪਦਵੀ। ਤੇ ਪਰਮ ਪਦਵੀ ਕਿਵੇਂ ਪ੍ਰਾਪਤ ਹੋਈ? ਪਰਮ ਪਦਵੀ ਹੈ ਜੋ ਅਸੀਂ ਚੰਗਾ ਕੀਤਾ, ਵਧੀਆ ਕੀਤਾ, ਇੱਕ ਸੁਪੀਰੀਅਰ ਹਾਇਰ ਲੈਵਲ ਦਾ। ਤੁਹਾਨੂੰ ਪਤਾ ਲੱਗਾ ਯੂ ਆਰ ਨੋਟ ਅ ਹਿਊਮਨ ਬੀਇੰਗ, ਯੂ ਆਰ ਅ ਸੁਪੀਰੀਅਰ ਬੀਇੰਗ। ਕਿਆ ਕਮਾਲ ਹੈ, ਇਹਦਾ ਇੱਕ ਨਸ਼ਾ ਆ। ਇਹ ਈਗੋ ਤੋਂ ਵੱਖਰਾ ਆ। ਦਿਸ ਇਜ਼ ਅ ਡਿਫਰੈਂਸ ਬਿਟਵੀਨ ਈਗੋ ਐਂਡ ਪ੍ਰਾਈਡ, ਰੀਅਲ ਪ੍ਰਾਈਡ। ਜਿਹਨੂੰ ਤੁਸੀਂ ਓਨ ਕਰਦੇ ਹੋ, ਜਿਸ ਨੂੰ ਪਤਾ ਲੱਗਦਾ ਵਾਓ। ਤੇ ਇਹ ਜਿਹੜੀ ਚੀਜ਼ ਆ, ਇਹ ਤੁਹਾਡੇ ਅੰਦਰ ਫਿਰ ਇੱਕ ਤੇ ਹੁੰਦਾ ਨਾ ਬੰਦੇ 'ਚ ਇੱਕ ਐਰੋਗੈਂਸ ਆ ਜਾਂਦੀ ਹੈ, ਇਹ ਬੰਦੇ 'ਚ ਹੰਬਲਨੈਸ ਕ੍ਰੀਏਟ ਕਰਦੀ ਹੈ। ਇਹ ਇੱਕ ਐਸੀ ਕਮਾਲ ਦੀ ਚੀਜ਼, ਗੁਰਮਤ ਸਾਰੀ ਇਸ ਚੀਜ਼ ਨੂੰ ਸਮਝਾਉਂਦੀ ਸਿਖਾਉਂਦੀ ਹੈ। ਇੱਥੇ ਸਾਹਿਬ ਬਿਆਨ ਕਰਦੇ ਪਰਮ ਪਦ ਪਾਇਆ, ਆਪ ਮਿਟਾਇਆ, ਆਪਾ ਮਿਟ ਗਿਆ। ਹੁਣ ਇੱਥੇ ਜਿਹੜਾ ਐਰੋਗੈਂਸ ਵਾਲਾ ਲੈਵਲ ਸੀ, ਜਿਹੜਾ ਈਗੋਟਿਸਟ ਹੋਣ ਵਾਲਾ ਲੈਵਲ ਸੀ, ਉਹ ਲੋ ਡਾਊਨ ਹੋ ਗਿਆ। ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ। ਤੇ ਪਤਾ ਲੱਗਾ ਜਿਹੜਾ ਆਪ ਪੂਰਾ ਆ, ਰੱਬ ਜੀ ਜਿਹੜਾ ਸਾਡੇ ਸਭ ਵਿੱਚ ਮੌਜੂਦ ਹੈ, ਜਗ ਜ਼ਰਰੇ ਜ਼ਰਰੇ 'ਚ ਹੈ, ਇਹ ਉਹਦਾ ਤਰਸ ਆ, ਇਹ ਉਹਦੀ ਗ੍ਰੇਸ ਅਸਲ ਦੇ ਵਿੱਚ। ਅਗਲਾ ਵਚਨ ਲਿਖਿਆ ਸਾਹਿਬ ਨੇ, ਸਫਲ ਜਨਮ ਹੋਵਾ ਪਉ ਭਾਗਾ, ਹਰ ਭੇਟਿਆ ਏਕ ਮੁਰਾਰੀ। ਸਫਲ ਜਨਮ ਹੋਵਾ ਪਉ ਭਾਗਾ, ਜੀਵਨ ਸਫਲਾ ਹੋ ਗਿਆ, ਭਉ ਭਾਗਾ, ਡਰ ਲੈ ਗਏ ਜੀਵਨ ਦੇ। ਹੁਣ ਡਰਾਂ ਦਾ ਮਸਲਾ ਬੜੀ ਡਿਟੇਲ ਬਾਤ ਕਰਾਂਗੇ ਕਿਸ ਦਿਨ, ਅੱਜ ਆਲਮੋਸਟ ਸਮਾਂ ਸਮਾਪਤ ਹੈ। ਪਰ ਇਹ ਹੈ ਕਿ ਇਹ ਵੀ ਦੇਖੋਗੇ, ਝੂਠ ਬੋਲਿਆ, ਡਰ ਕਰਕੇ ਬੋਲਿਆ। ਡਰਿਆ ਹੋਇਆ ਬੰਦਾ ਉਹ ਕੰਮ ਕਰ ਜਾਂਦਾ ਜਿਹੜੇ ਨਹੀਂ ਕਰਨੇ ਹੁੰਦੇ। ਜਦੋਂ ਹਰੀ ਤੇ ਰੱਬ ਦਾ ਅਹਿਸਾਸ ਸੁਰਤ 'ਚ ਹੈ, ਫਿਰ ਡਰ ਕਾਹਦਾ? ਫਿਰ ਤੇ ਜੀਵਨ ਸਫਲ ਆਇਆ। ਹਰ ਭੇਟਿਆ ਏਕ ਮੁਰਾਰੀ। ਤੇ ਫਿਰ ਇੱਕ ਮੁਰਾਰੀ ਅਕਾਲ ਪੁਰਖ ਵਾਹਿਗੁਰੂ ਰੱਬ, ਉਹਦੇ ਨਾਲ ਭੇਟਾ ਹੋ ਗਈ। ਜਿਸ ਕਾ ਸਾਤਿਨ ਹੀ ਮੇਲ ਲਿਆ, ਜੋਤੀ ਜੋਤ ਸਮਾਇਆ। ਜਿਹਦਾ ਸਹੀ ਹੈ ਜੀਵਨ, ਉਹਦੇ ਵਿੱਚ ਮਿਲ ਗਿਆ, ਮਰਜ ਹੋ ਗਿਆ। ਵਿਛੜਿਆ ਬੰਦਾ ਸੱਚ ਤੋਂ, ਜਿਹੜੀ ਰੱਬ ਦੀ ਹੋਂਦ ਆ ਉਹਦੇ ਤੋਂ, ਅਕਾਲ ਪੁਰਖ ਵਾਹਿਗੁਰੂ ਦੇ ਅਹਿਸਾਸ ਤੋਂ, ਉਹ ਭਟਕ ਰਿਹਾ। ਜਿਹਦੀ ਸੁਰਤ ਉਹਦੇ ਅਹਿਸਾਸ ਦੇ ਨੇੜੇ ਹੈ, ਉਹ ਸੁਖੀ ਹੈ। ਸਾਹਿਬ ਜ਼ਿਕਰ ਕਰਦੇ ਹੁਣ ਬਾਤ ਇਹ ਬਣ ਗਈ, ਜਿਸ ਕਾ ਸਾ ਤਿਨ ਹੀ ਮੇਲ ਲਿਆ, ਜੋਤੀ ਜੋਤ ਸਮਾਇਆ। ਹੁਣ ਇੰਝ ਲੱਗਦਾ ਹੈ ਉਹ ਪਰਮ ਜੋਤ ਹੀ ਮੇਰੇ ਵਿੱਚ ਰਵ ਰਹੀ ਹੈ, ਮੈਂ ਉਸ ਅਹਿਸਾਸ ਵਿੱਚ ਜੀ ਰਿਹਾ ਵਾਂ। ਬਿਲਕੁਲ ਅੰਤਲੀ ਲਾਈਨ ਹੈ, ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰੂ ਸੁਖ ਪਾਇਆ। ਹੇ ਨਾਨਕ, ਉਸ ਨਿਰੰਜਨ ਨਾਮ ਨੂੰ ਲਗਾਤਾਰ ਜਪੀਏ, ਜਿਹੜਾ ਕਾਲਖ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਗੁਣਾਂ ਦਾ ਮੁਜੱਸਮ ਹੈ। ਜਪੀਆ ਮਿਲ ਸਤਿਗੁਰੂ ਸੁਖ ਪਾਇਆ। ਤੇ ਉਹ ਜਿਹੜਾ ਨਾਮ ਤੁਹਾਨੂੰ, ਕਿਉਂਕਿ ਸਤਿਗੁਰੂ ਦੇ ਜ਼ਰੀਏ ਮਿਲਦਾ ਤੇ ਸਤਿਗੁਰੂ ਦੇ ਨੇੜੇ ਲੈ ਆਉਂਦਾ, ਫਿਰ ਇਹਦੇ ਵਿੱਚ ਸੁਖ ਆ, ਮਹਾ ਸੁਖ ਆ। ਅਗਲਾ ਪਦ ਹੈ ਦੀ ਹੋਰ ਫਰਦਰ ਐਕਸਟੈਂਸ਼ਨ ਜਿਹੜਾ ਸਾਡੇ ਸਾਹਮਣੇ ਬਿਆਨ ਕਰਦਾ ਹੈ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਲਈ ਮਾਫੀ। ਅਰਦਾਸ ਹੈ ਉਹਨਾਂ ਕਿਰਸਾਨ ਮਾਈ ਭਾਈ ਲਈ ਜੋ ਆਪਣੇ ਹੱਕ ਹਕੂਕ ਲਈ ਜੂਝ ਰਹੇ ਨੇ, ਉਹਨਾਂ ਦੀ ਸਫਲਤਾ ਤੇ ਚੜ੍ਹਦੀ ਕਲਾ ਵਾਸਤੇ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।